पंजाब अंदर नैशनल हाईवे प्रोजेक्ट्स दा की है हाल? की है पेंडिंग प्रोजेक्ट्स दा सूरते हाल? कि पंजाब च नैशनल हाईवेज दे कम होए पूरे? ਜਾਂ ਕਿਹੜੇ ਕਾਰਨਾਂ ਕਰਕੇ ਪ੍ਰੋਜੈਕਟਸ ਰਹੇ ਅਧੂਰੇ? ਤਾਂ ਪੰਜਾਬ ਤੋਂ ਦੂਜੇ ਸੂਬਿਆਂ ਦੇ ਸਫ਼ਰ ਤੇ ਨਿਕਲੇ तमाम ਬਾਸ਼ਿੰਦੇ ਦੇ ਜ਼ਿਹਨ 'ਚ ਇਹ तमाम ਸਵਾਲ ਹੋਣਗੇ ਕਿ ਕਦੋਂ ਨੈਸ਼ਨਲ ਹਾਈਵੇ ਦੇ ਕੰਮ ਪੂਰੇ ਹੋਣਗੇ, ਕਦੋਂ ਪੈਂਡਿੰਗ ਪ੍ਰੋਜੈਕਟਾਂ ਨੂੰ ਬੂਰ ਲੱਗੇਗਾ ਅਤੇ ਕਦੋਂ ਹਜ਼ਾਰਾਂ ਕਿਲੋਮੀਟਰਾਂ ਦਾ ਸਫ਼ਰ ਚੰਦ ਘੰਟਿਆਂ 'ਚ ਤੈਅ ਹੋਵੇਗਾ। ਅਤੇ ਹਰ ਵਾਰ ਦੀ ਤਰ੍ਹਾਂ ਪੰਜਾਬ ਪੰਜਾਬੀਅਤ ਤੇ ਪੰਜਾਬੀਅਤ ਦੀ ਗੱਲ ਕਰਦਾ ਤੁਹਾਡਾ ਜ਼ਿੰਮੇਵਾਰ ਚੈਨਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਇਸ ਵਾਰ ਵੀ ਜ਼ਮੀਨੀ ਹਕੀਕਤ ਨਾਲ ਜੁੜਿਆ ਇੱਕ ਹੋਰ ਪੱਖ ਦਾ ਮੁੱਦਾ ਲੈ ਕੇ ਤੁਹਾਡੇ ਤੱਕ ਪਹੁੰਚਿਆ। ਸਾਡੇ ਇਸ ਖਾਸ ਸ਼ੋਅ ਗਰਾਊਂਡ ਰਿਪੋਰਟ ਆਫ ਨੈਸ਼ਨਲ ਹਾਈਵੇਜ਼ ਰੋਡ ਅੰਡਰ ਕੰਸਟਰਕਸ਼ਨ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਵਰਸ਼ 2021 ਤੋਂ ਲੈ ਕੇ ਮਾਰਚ 2023 ਤੱਕ ਪੰਜਾਬ ਦੇ ਵਿੱਚ ਤਕਰੀਬਨ 20 ਆਪਣੇ ਪ੍ਰੋਜੈਕਟ ਲਾਂਚ ਕੀਤੇ ਸੀ। ਇਹ ਜਿਹੜੇ ਪ੍ਰੋਜੈਕਟ ਸੀਗੇ ਇਹਨਾਂ ਦਾ ਮਕਸਦ ਸੀਗਾ ਕਿ ਪੰਜਾਬ ਦੇ ਵਿੱਚ ਨਵੀਆਂ ਸੜਕਾਂ ਬਣਾਈਆਂ ਜਾਣ, ਜਿਨ੍ਹਾਂ ਨੂੰ ਗ੍ਰੀਨ ਫੀਲਡ ਰੋਡ ਬੋਲਿਆ ਜਾਂਦਾ ਹੈ। ਇਹ ਉਹ ਸੜਕਾਂ ਨੇ ਜਿਹੜੀਆਂ ਕਿ ਬਿਲਕੁਲ ਖੇਤੀ ਵਾਲੀ ਜ਼ਮੀਨ ਅਕਵਾਇਰ ਕਰਨ ਤੋਂ ਬਾਅਦ ਤਿਆਰ ਕੀਤੀ ਜਾਂਦੀ ਹੈ। ਇਹਦੇ ਵਿੱਚ ਸਭ ਤੋਂ ਬੜਾ ਜਿਹੜਾ ਹਾਈਵੇ ਹੈਗਾ ਉਹ ਹੈਗਾ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ। ਇਸ 'ਤੇ ਵੀ ਕੰਮ ਚੱਲ ਰਿਹਾ ਹੈਗਾ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜੇ 1450 ਕਿਲੋਮੀਟਰ ਦਾ ਜਿਹੜਾ ਹਾਈਵੇ 20 ਜਿਹੜੇ ਨੇ ਪ੍ਰੋਜੈਕਟ ਚੱਲ ਰਹੇ ਨੇ, 1450 ਕਿਲੋਮੀਟਰ ਦਾ ਏਰੀਆ ਇਹਨਾਂ ਪ੍ਰੋਜੈਕਟਾਂ ਤਹਿਤ ਬਣਾਇਆ ਜਾਣਾ ਔਰ ਇਹਦੇ ਉੱਪਰ ਤਕਰੀਬਨ 49,301 ਕਰੋੜ ਰੁਪਏ ਦਾ ਖਰਚ ਜਿਹੜੀ ਲਾਗਤ ਹੈਗੀ ਆ ਉਹ ਦੱਸੀ ਗਈ ਆਣੀ ਹੈਗੀ ਆ। ਪਰ ਆਲਮ ਇਹ ਹੈਗਾ ਕਿ ਇਸ ਦੌਰਾਨ ਜੋ ਬਹੁਤ ਸਾਰੇ ਜਗ੍ਹਾ ਹੈਗੀਆਂ ਉੱਥੇ ਕਿਸਾਨ ਜਿਹੜੇ ਨੇ ਉਹਨਾਂ ਨੇ ਜ਼ਮੀਨ ਦਿੱਤੀ ਤੇ ਕਿਸਾਨਾਂ ਦੀ ਇੱਕੋ ਗੱਲ ਸੀ ਕਿ ਸਾਨੂੰ ਜੋ ਤੁਸੀਂ ਰੇਟ ਦੇ ਰਹੇ ਹੋ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜੋ ਰੇਟ ਦੇ ਰਹੀ ਆ ਉਹ ਸਾਨੂੰ ਮਨਜ਼ੂਰ ਨਹੀਂ, ਕਿਉਂਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਮਾਰਕੀਟ ਰੇਟ ਬਹੁਤ ਜ਼ਿਆਦਾ ਨੇ। ਤੇ ਕਿਸਾਨ ਇਹ ਕਹਿੰਦੇ ਨੇ ਕਿ ਸਾਨੂੰ ਅਗਰ ਸਾਡੀ ਜ਼ਮੀਨ ਤੁਸੀਂ ਐਕਵਾਇਰ ਕਰਨੀ ਹੈ, ਚਾਹੇ ਉਹ ਭਾਰਤਮਾਲਾ ਪ੍ਰੋਜੈਕਟ ਹੋਵੇ, ਚਾਹੇ ਕੋਈ ਵੀ ਤੁਹਾਡਾ ਪ੍ਰੋਜੈਕਟ ਹੈਗਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ, ਤਾਂ ਮਾਰਕੀਟ ਰੇਟ ਦੇ ਉੱਪਰ ਜ਼ਮੀਨ ਸਾਡੀ ਐਕਵਾਇਰ ਕੀਤੀ ਜਾਵੇ। ਇਸ ਨੂੰ ਲੈ ਕੇ ਬਹੁਤ ਸਾਰੇ ਜਗ੍ਹਾ ਦੇ ਉੱਪਰ ਕਿਸਾਨਾਂ ਨੇ ਧਰਨੇ ਵੀ ਲਗਾਏ ਨੇ। ਮੋਹਾਲੀ ਦੇ ਵਿੱਚ, ਗੁਰਦਾਸਪੁਰ ਦੇ ਵਿੱਚ ਤੇ ਹੋਰ ਬਠਿੰਡੇ ਏਰੀਆ ਦੇ ਵਿੱਚ ਬਹੁਤ ਜਗ੍ਹਾ ਦੇ ਉੱਪਰ ਕਿਸਾਨ ਧਰਨੇ ਲਾ ਕੇ ਪੱਕੇ ਬੈਠੇ ਨੇ ਤੇ ਉਹ ਆਪਣੇ ਏਰੀਆ ਦੇ ਡੀਸੀਜ਼ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਮਾਰਕੀਟ ਰੇਟ ਦਿਓ। ਇਹ ਜਿਹੜਾ ਰਿੜਕਾ ਪਿਆ ਰੇਟ ਨੂੰ ਲੈ ਕੇ, ਉਸਨੇ ਇਹ ਜਿਹੜੇ ਪ੍ਰੋਜੈਕਟ ਨੇ ਸਾਰੇ ਇਹਨਾਂ ਨੂੰ ਚਾਲ ਕਿਤੇ ਧੀਮੀ ਕਰਤੀ ਔਰ ਕਿਤੇ ਜਿਹੜੇ ਪ੍ਰੋਜੈਕਟ ਜਿਹੜੇ ਨੇ ਉਹ ਪੂਰੀ ਤਰ੍ਹਾਂ ਨਾਲ ਠੱਪ ਹੋ ਗਏ। ਜੀ ਹਾਂ, ਸਾਲਾਂ ਤੇ ਦਹਾਕਿਆਂ ਤੋਂ ਕੇਂਦਰ ਅਤੇ ਸੂਬਾ ਸਰਕਾਰਾਂ ਨਾਲ ਮਿਲ ਕੇ ਬਿਠਾਏ ਤਾਲਮੇਲ ਤੋਂ ਬਾਅਦ ਭਾਰਤ ਦੇ ਵੱਖੋ-ਵੱਖ ਸੂਬਿਆਂ ਨੂੰ ਘੱਟ ਸਮੇਂ 'ਚ ਇੱਕ ਦੂਜੇ ਨਾਲ ਜੋੜਨ ਲਈ ਦਿਨ ਰਾਤ ਅਤੇ ਸਾਲੋਂ ਸਾਲ ਕੰਮ ਕਰ ਰਹੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀਆਂ ਨਜ਼ਰਾਂ ਅਤੇ ਮਿਸ਼ਨ ਇੱਕ ਹੀ ਹੈ, ਕਵਰ ਆਲ ਇੰਡੀਆ। ਪਰ ਕਈ ਸਾਲਾਂ ਤੋਂ ਲਮਕੇ ਤੇ ਪੈਂਡਿੰਗ ਪ੍ਰੋਜੈਕਟਾਂ ਨੇ ਸਿਰਫ ਸੂਬਾ ਸਰਕਾਰਾਂ ਅਤੇ ਉੱਥੋਂ ਦੇ ਪ੍ਰਸ਼ਾਸਨ ਦੀ ਹੀ ਨਹੀਂ ਨੀਂਦ ਉਡਾਈ, ਬਲਕਿ ਰੋਜ਼ਮਰਾ ਸਫ਼ਰ ਕਰਦੇ ਬਾਸ਼ਿੰਦੇ ਅਤੇ ਉੱਥੋਂ ਦੇ ਵਾਸੀਆਂ ਲਈ ਵੀ ਮੁਸੀਬਤ ਖੜੀ ਕੀਤੀ। ਆਲਮ ਇਹ ਕਿ ਪੰਜਾਬ 'ਚ ਨੈਸ਼ਨਲ ਹਾਈਵੇਜ਼ ਦੇ ਕਈ ਪ੍ਰੋਜੈਕਟਾਂ ਦਾ ਕੰਮ ਸਾਲਾਂ ਤੋਂ ਚੱਲ ਰਿਹਾ ਹੈ, ਪਰ ਪੂਰਾ ਇੱਕ ਵੀ ਨਹੀਂ ਹੋਇਆ। ਪ੍ਰੋਜੈਕਟ ਦੀ ਸ਼ੁਰੂਆਤ ਤੋਂ ਪਹਿਲਾਂ ਦਾਅਵੇ ਕਈ ਹੋਏ, ਵਾਅਦੇ ਵੀ ਹੋਏ, ਸਮਾਂ ਸਾਰਨੀ ਵੀ ਤੈਅ ਹੋਈ, ਪਰ ਸੀਮਤ ਸਿਰਫ ਜ਼ੁਬਾਨ ਤੇ ਰਹੀ ਅਤੇ ਕਹਾਣੀ ਕੁਝ ਹੋਰ ਹੀ ਨਿਕਲੀ। ਅਤੇ ਉਸ ਕਹਾਣੀ ਦੀ ਅਸਲ ਸੱਚਾਈ ਜਾਣਨ ਲਈ ਸਾਡੀ ਟੀਮ ਨੇ ਗਰਾਊਂਡ ਜ਼ੀਰੋ ਤੇ ਜਾ ਕੇ ਹਰ ਉਸ ਪ੍ਰੋਜੈਕਟ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜੋ ਸਾਲਾਂ ਤੋਂ ਵੱਖੋ-ਵੱਖ ਦਲੀਲਾਂ ਅਤੇ ਬਹਾਨੇਬਾਜ਼ੀਆਂ 'ਚ ਅਟਕਿਆ ਹੈ। ਹਰ ਪ੍ਰੋਜੈਕਟ ਦੀ ਹਰ ਡਿਟੇਲ, ਹਰ ਚੀਜ਼ ਪੂਰੇ ਤਫਸੀਲ ਨਾਲ ਨਜ਼ਰ ਮਾਰਾਂਗੇ, ਪਰ ਪਹਿਲਾਂ ਨਜ਼ਰ ਮਾਰਾਂਗੇ ਹੁਣ ਤੱਕ ਕਿੰਨੇ ਪ੍ਰੋਜੈਕਟ ਪੂਰੇ ਹੋਏ ਅਤੇ ਕਿੰਨੇ ਪੈਂਡਿੰਗ ਨੇ। ਪੰਜਾਬ 'ਚ ਹੁਣ ਤੱਕ 38 ਨੈਸ਼ਨਲ ਹਾਈਵੇਜ਼ ਨੇ ਅਤੇ ਸਾਲ 2021 ਤੋਂ ਕਰੀਬ 20 ਪ੍ਰੋਜੈਕਟਾਂ ਤੇ ਕੰਮ ਕੀਤਾ ਜਾ ਰਿਹਾ ਹੈ, ਪਰ ਅਜੇ ਤੱਕ ਇੱਕ ਵੀ ਪ੍ਰੋਜੈਕਟ ਪੂਰਾ ਨਹੀਂ ਹੋਇਆ। ਹਾਲਾਂਕਿ ਕਈ ਪ੍ਰੋਜੈਕਟ ਜ਼ਮੀਨ ਨਾਲ ਮਿਲ ਕਰਕੇ ਅਟਕੇ ਤਾਂ ਕਈ ਪ੍ਰੋਜੈਕਟ ਨਿਰਧਾਰਿਤ ਸਮੇਂ ਤੋਂ ਪਹਿਲਾਂ ਪੂਰਾ ਨਾ ਹੋਣ ਦੇ ਕਗਾਰ ਤੇ ਪਹੁੰਚੇ। ਇੱਕ ਕਰਕੇ ਜੇਕਰ ਪੈਂਡਿੰਗ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਪ੍ਰੋਜੈਕਟ ਦਿੱਲੀ ਕਟੜਾ ਐਕਸਪ੍ਰੈਸਵੇ ਪ੍ਰੋਜੈਕਟ ਹੈ, ਜੋ ਕਿ ਪੰਜਾਬ ਦੇ 8 ਜ਼ਿਲ੍ਹਿਆਂ ਤੋਂ ਹੋ ਕੇ ਨਿਕਲਦਾ ਹੈ। ਕਰੀਬ 60% ਕੰਮ ਪੂਰਾ ਹੋ ਚੁੱਕਿਆ ਹੈ, ਪਰ ਗੁਰਦਾਸਪੁਰ 'ਚ ਜ਼ਮੀਨ ਨਾ ਮਿਲਣ ਦੇ ਚੱਲਦਿਆਂ ਕੰਮ ਸ਼ੁਰੂ ਵੀ ਨਹੀਂ ਹੋਇਆ। ਇਸ ਐਕਸਪ੍ਰੈਸ ਹਾਈਵੇ ਬਣਨ ਦੇ ਨਾਲ ਜਿੱਥੇ ਦੇਸ਼ ਵਾਸੀਆਂ ਨੂੰ ਸਹੂਲਤ ਮਿਲੇਗੀ, ਉੱਥੇ ਹੀ ਇਹ ਐਕਸਪ੍ਰੈਸ ਹਾਈਵੇ ਜਿਹੜੀ ਜਗ੍ਹਾ 'ਚੋਂ
ਨਿਕਲ ਕੇ ਜਾਏਗਾ ਉਸ ਦੇ ਆਸ-ਪਾਸ ਵਸੇ ਹੋਏ ਲੋਕਾਂ ਨੂੰ ਜਾਂ ਫਿਰ ਕਹਿ ਲਈਏ ਕਿਸਾਨਾਂ ਨੂੰ ਵੀ ਇਸ ਦੀ ਕਾਫੀ ਸਹੂਲਤ ਮਿਲੇਗੀ ਅਤੇ ਕਾਫੀ ਫਾਇਦਾ ਮਿਲੇਗਾ। ਪਰ ਜੇ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ, ਕਿਉਂਕਿ ਇਸ ਐਕਸਪ੍ਰੈਸ ਹਾਈਵੇ ਦੇ ਲਈ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ, ਪਰ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇਸ ਐਕਸਪ੍ਰੈਸ ਹਾਈਵੇ ਦੀਆਂ ਜ਼ਮੀਨਾਂ ਹਾਲੇ ਤੱਕ ਅਕਵਾਇਰ ਨਹੀਂ ਹੋ ਪਾਈਆਂ, ਕਿਉਂਕਿ ਕਿਸਾਨਾਂ ਦੇ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਦੇ ਕੰਮ ਨੂੰ ਰੋਕ ਦਿੱਤਾ ਗਿਆ। ਤਾਂ ਗੁਰਦਾਸਪੁਰ 'ਚ ਭਾਵੇਂ ਇਹ ਪ੍ਰੋਜੈਕਟ ਸ਼ੁਰੂ ਨਹੀਂ ਹੋਇਆ, ਪਰ ਲੁਧਿਆਣਾ 'ਚ ਇਸ ਪ੍ਰੋਜੈਕਟ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਦਿਨ ਰਾਤ ਮਿਹਨਤ ਨਾਲ ਇਹ ਪ੍ਰੋਜੈਕਟ 2025 ਤੱਕ ਪੂਰਾ ਹੋਣ ਦਾ ਦਮ ਭਰਿਆ ਜਾ ਰਿਹਾ ਹੈ। ਜ਼ੀ ਮੀਡੀਆ ਦੀ ਟੀਮ ਗਰਾਊਂਡ ਤੇ ਪਹੁੰਚੀ ਹੋਈ ਹੈ ਤੇ ਅਸੀਂ ਅੱਜ ਤੁਹਾਨੂੰ ਰਿਪੋਰਟ ਵਿਖਾ ਰਹੇ ਹਾਂ ਜਿਹੜਾ ਪੰਜਾਬ ਤੋਂ ਨੈਸ਼ਨਲ ਹਾਈਵੇ ਜਿਹੜਾ ਗੁਜ਼ਰਨੇ ਆ। ਤੇ ਇੱਕ ਪਾਸੇ ਤੁਹਾਨੂੰ ਦੱਸਦੇ ਕਿ ਜਿਹੜੇ ਪਿੱਛੇ ਤਸਵੀਰ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਕਿ ਉਹ ਜਿਹੜਾ ਐਕਸਪ੍ਰੈਸ ਹਾਈਵੇ ਹੈਗਾ ਵਾ ਉਹ ਰੋਪੜ ਲੁਧਿਆਣਾ ਜਿਹੜਾ ਐਕਸਪ੍ਰੈਸ ਹਾਈਵੇ ਤੁਹਾਨੂੰ ਤਸਵੀਰ ਵਿਖਾ ਰਿਹਾ ਜਿਹੜਾ ਤਿਆਰ ਹੋ ਰਿਹਾ। ਦੂਜੇ ਪਾਸੇ ਤੁਹਾਨੂੰ ਤਸਵੀਰ ਵਿਖਾ ਰਹੀ ਹੈ ਕਿ ਜਿਹੜਾ ਦਿੱਲੀ ਅੰਮ੍ਰਿਤਸਰ ਜੰਮੂ ਕਟਰਾ ਐਕਸਪ੍ਰੈਸ ਹਾਈਵੇ ਦੀ ਤੁਹਾਨੂੰ ਤਸਵੀਰ ਵਿਖਾ ਰਿਹਾ। ਤੇ ਤੁਹਾਨੂੰ ਦੱਸਦੇ ਕਿ ਇਹ ਜਿਹੜੇ ਦੋ ਫਲਾਈਓਵਰ ਹੈਗੇ ਐਕਸਪ੍ਰੈਸ ਹਾਈਵੇ ਹੈਗੇ ਇੱਕ ਦੂਜੇ ਨਾਲ ਮਿਲਨੇ ਆ ਤੇ ਕਿਹਾ ਜਾ ਰਿਹਾ ਕਿ ਇੱਥੇ ਵੱਲੀਪੁਰ ਕਲਾਂ ਵਿੱਚ ਜਿਹੜਾ ਚੌਂਕ ਵੀ ਬਣਨਾ ਹੈਗਾ। ਸੋ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਹਾਈਵੇ ਦੀਆਂ ਜਿਹੜੀਆਂ ਬਣਨ ਜਾ ਰਿਹਾ ਪੂਰੇ ਪੰਜਾਬ ਭਰ ਦੇ ਵਿੱਚ। ਤੇ ਦਿੱਲੀ ਅੰਮ੍ਰਿਤਸਰ ਜੰਮੂ ਕਟਰਾ ਐਕਸਪ੍ਰੈਸ ਹਾਈਵੇ ਦੀ ਤੁਹਾਨੂੰ ਅਸੀਂ ਤਸਵੀਰਾਂ ਵਿਖਾਈਆਂ ਜਿਸ ਦਾ ਕਿ ਕੁੱਲ ਜਿਹੜੀ ਲੰਬਾਈ ਹੋਵੇਗੀ 650 ਕਿਲੋਮੀਟਰ ਜਿਹੜੀ ਕੁੱਲ ਲੰਬਾਈ ਹੋਵੇਗੀ ਤੇ 39,000 ਕਰੋੜ ਦਾ ਜਿਹੜਾ ਪ੍ਰੋਜੈਕਟ ਹੋਏਗਾ। ਤੇ ਲਗਾਤਾਰ ਅਸੀਂ ਗੱਲਬਾਤ ਵੀ ਕੀਤੀ ਸੀ ਕਿ ਇੱਥੇ ਲੁਧਿਆਣਾ ਵਿੱਚ ਜਿਹੜਾ 3 ਤੋਂ 4 ਜਗ੍ਹਾ ਵਿੱਚ ਜਿਹੜਾ ਇਸ ਪ੍ਰੋਜੈਕਟ ਦਾ ਜਿਹੜਾ ਕੰਮ ਚੱਲ ਰਿਹਾ ਹੈਗਾ। ਫਿਲਹਾਲ ਸਤਲੁਜ ਦਰਿਆ ਵਿੱਚ ਜਿਹੜਾ ਕੰਮ ਚੱਲ ਰਿਹਾ ਉੱਥੇ ਵੀ ਕਿਉਂਕਿ ਕਿਤਨਾ ਕਿ ਸਤਲੁਜ ਦਰਿਆ ਕਾਫੀ ਪਾਣੀ ਉੱਥੇ ਹੁੰਦਾ ਤਾਂ ਉੱਥੇ ਵੀ ਜਿਹੜਾ ਫਲਾਈਓਵਰ ਬਣਨਾ ਤੇ ਦੂਜੇ ਪਾਸੇ ਸਤਲੁਜ ਨੂੰ ਪਾਰ ਕਰਾਂਗੇ ਤੇ ਜਲੰਧਰ ਜਿਹੜਾ ਆ ਜਾਊਗਾ। ਤੇ ਕਿਤਨਾ ਕਿ ਲਗਾਤਾਰ ਵੱਡੀ ਤਾਦਾਦ ਤੇ ਜਿਹੜਾ ਜੰਗੀ ਪੱਧਰ ਤੇ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜਿਹੜਾ ਕੰਮ ਕਰਵਾਇਆ ਜਾ ਰਿਹਾ ਵਾ। ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਵਿਖਾ ਰਹੇ ਹਾਂ ਦਿੱਲੀ ਜੰਮੂ ਕਟਰਾ ਐਕਸਪ੍ਰੈਸ ਹਾਈਵੇ ਦੀਆਂ। ਵੱਲੀਪੁਰ ਕਲਾਂ ਜਿਹੜਾ ਪਿੰਡ ਹੈਗਾ ਵਾ ਜਿੱਥੇ ਆ ਦੋਵੇਂ ਫਲਾਈਓਵਰ ਹਾਈਵੇ ਜਿਹੜੇ ਨੇ ਇੱਥੇ ਆ ਕੇ ਜਿਹੜੇ ਮਿਲਣੇ ਨੇ ਤੇ ਕੰਮ ਜਿਹੜਾ ਲਗਾਤਾਰ ਜੰਗੀ ਪੱਧਰ ਤੇ ਚੱਲ ਰਿਹਾ ਤੇ ਕਿਹਾ ਜਾ ਰਿਹਾ 2025 ਤੱਕ ਜਿਹੜਾ ਹਾਈਵੇ ਹੋਵੇਗਾ ਦਿੱਲੀ ਜੰਮੂ ਕਟਰਾ ਐਕਸਪ੍ਰੈਸ ਹਾਈਵੇ ਜਿਹੜਾ ਉਹ ਬਣ ਕੇ ਤਿਆਰ ਹੋ ਜਾਵੇਗਾ। ਹਾਲਾਂਕਿ ਇਸ ਤੋਂ ਇਲਾਵਾ ਵੀ ਕਈ ਪ੍ਰੋਜੈਕਟ ਪੈਂਡਿੰਗ ਨੇ ਜਿਸ 'ਚ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਵੀ ਅਹਿਮ ਹੈ। 80% ਏਰੀਆ 'ਚ ਜ਼ਮੀਨ ਮਿਲ ਚੁੱਕੀ ਹੈ ਪਰ ਕੰਮ 55% ਪੂਰਾ ਹੋਇਆ ਹੈ। ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ NHAI ਯਾਨੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ। ਦੇਖੋ ਵੱਡੇ ਪੱਧਰ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਕੰਮ ਚੱਲ ਰਹੇ ਹੈਗੇ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਅੰਮ੍ਰਿਤਸਰ ਦੀ। ਅੰਮ੍ਰਿਤਸਰ ਦੇ ਵਿੱਚ ਖਾਸ ਪ੍ਰੋਜੈਕਟ ਜਿਹੜੇ ਆ ਉਹ ਲੱਗ ਰਹੇ ਨੇ ਕਿਉਂਕਿ ਫਲਾਈਓਵਰ ਜਿਹੜੇ ਆ ਉਹ ਵੱਡੇ ਪੱਧਰ ਦੇ ਉੱਤੇ ਬਣਾਏ ਜਾ ਰਹੇ ਨੇ। ਇੱਕ ਵਾਰ ਤਸਵੀਰਾਂ ਜ਼ਰੂਰ ਅਸੀਂ ਦਿਖਾ ਦਈਏ ਤੁਹਾਨੂੰ। ਬਿਲਕੁਲ ਗੋਲਡਨ ਗੇਟ ਤੋਂ ਅਗਲੇ ਪਾਸੇ ਜਿਹੜਾ ਉਹ ਫਲਾਈਓਵਰ ਵੱਡੇ ਪੱਧਰ ਤੇ ਇਸ ਕਰਕੇ ਬਣਾਏ ਜਾ ਰਹੇ ਨੇ ਤਾਂ ਕਿ ਜਿਹੜੇ ਵੀ ਲੋਕ ਟੂਰਿਸਟ ਜਾਂ ਦੇਸ਼ ਵਿਦੇਸ਼ ਤੋਂ ਲੋਕ ਆਉਂਦੇ ਨੇ ਉਹਨਾਂ ਨੂੰ ਸੁਖਾਲਾ ਹੋ ਸਕੇ। ਸੋ ਵੱਡੇ ਪੱਧਰ ਦੇ ਉੱਤੇ ਯਾਨੀ ਕਿ ਜੇਕਰ ਅਸੀਂ ਦਬੁਰਜੀ ਦੀ ਗੱਲ ਕਰੀਏ ਇਹ ਦਬੁਰਜੀ ਵਾਲਾ ਜਿਹੜਾ ਪੁਲ ਹੈ ਉਹ ਬਣਾਇਆ ਜਾ ਰਿਹਾ ਹੈਗਾ। ਇਸ ਤੋਂ ਪਿੱਛੇ ਜੇਕਰ ਅਸੀਂ ਗੱਲ ਕਰੀਏ ਰਈਏ ਦਾ ਪੁਲ ਜਿਹੜਾ ਹੈ ਫਲਾਈਓਵਰ ਉਹ ਬਣਾਇਆ ਗਿਆ ਹੈਗਾ। ਇੱਧਰ ਵੀ ਤਸਵੀਰਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹ ਦਿਨ ਰਾਤ ਹੀ ਇਹ ਜਿਹੜੇ ਪ੍ਰੋਜੈਕਟ ਹੈ ਉਹ ਚੱਲ ਰਹੇ ਹੈਗੇ ਨੇ। ਇੱਧਰ ਵੀ ਤੁਸੀਂ ਦੇਖ ਸਕਦੇ ਹੋ JCB ਮਸ਼ੀਨਾਂ ਦੇ ਪਿੱਛੇ ਗੋਲਡਨ ਗੇਟ ਦਾ ਜਿਹੜਾ ਇੱਕ ਜਿਹੜੀ ਐਂਟਰੈਂਸ ਹੈਗੀ ਹੈ ਉਹ ਵੀ ਤੁਹਾਨੂੰ ਦਿਖੇਗੀ ਕਿ ਗੋਲਡਨ ਗੇਟ ਦੀ ਜਿਹੜੀ ਐਂਟਰੈਂਸ ਹੈ ਉਸੇ ਨੂੰ ਦੇਖਦੇ ਹੋਏ ਉਸੇ ਨੂੰ ਖੂਬਸੂਰਤ ਬਣਾਉਣ ਵਾਸਤੇ ਇਹ ਦਿਨ ਰਾਤ ਜਿਹੜੇ ਹੈ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜਿਹੜੇ ਇਹ ਪ੍ਰੋਜੈਕਟ ਜਿਹੜੇ ਆ ਇਹ ਕੀਤੇ ਗਏ ਹੈਗੇ ਨੇ ਜਿਸ ਦੇ ਵਿੱਚ ਕੇਂਦਰ ਸਰਕਾਰ ਵੱਡੇ ਪੱਧਰ ਦੇ ਉੱਤੇ ਕੰਮ ਕਰ ਰਹੀ ਹੈਗੀ ਆ। ਵੱਡੇ ਪੱਧਰ ਦੇ ਉੱਤੇ ਇਹ ਜਿਹੜੇ ਪ੍ਰੋਜੈਕਟ ਹੈ ਇਹ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਲਿਆਂਦੇ ਗਏ ਹੈਗੇ ਨੇ ਤਾਂ ਕਿ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਸ ਦਾ ਹੱਲ ਹੋ ਸਕੇ ਤੇ ਇਸ ਦੇ ਨਾਲ ਹੀ ਜਿਹੜੇ ਟੂਰਿਸਟ ਹੈ ਉਹ ਵੱਧ ਤੋਂ ਵੱਧ ਆ ਸਕਣ। ਕਿਉਂਕਿ ਜੇਕਰ ਅਸੀਂ ਪੂਰੇ ਸਮੁੱਚੇ ਪੰਜਾਬ ਦੀ ਗੱਲ ਕਰੀਏ ਤੁਸੀਂ ਦੇਖਿਆ ਹੋਣਾ ਕਿ ਕੇਂਦਰ ਸਰਕਾਰ ਲਗਾਤਾਰ ਪਿਛਲੇ 10 ਸਾਲਾਂ ਤੋਂ ਇਹੀ ਪ੍ਰੋਜੈਕਟ ਜਿਹੜੇ ਹੈ ਪੂਰੇ ਦੇਸ਼ ਦੇ ਵਿੱਚ ਲੈ ਕੇ ਆਈ ਹੈਗੀ ਹੈ। ਨਿਤਿਨ ਗਡਕਰੀ ਹੋਰਾਂ ਦੀ ਗੱਲ ਕਰਾਂਗੇ ਉਹਨਾਂ ਨੇ ਕਈ ਪ੍ਰੋਜੈਕਟ ਐਸੇ ਲੈ ਕੇ ਆਂਦੇ ਨੇ ਜਿਵੇਂ ਕਿ ਜੰਮੂ ਕਟਰਾ ਐਕਸਪ੍ਰੈਸ ਵੇ ਜਿਹੜਾ ਉਹ ਵੀ ਅੰਮ੍ਰਿਤਸਰ ਥਾਣੀ ਹੀ ਹੋ ਕੇ ਨਿਕਲਣਾ ਹੈਗਾ। ਇੱਕ ਉਹ ਵੀ ਬਹੁਤ ਵੱਡਾ ਪ੍ਰੋਜੈਕਟ ਹੈਗਾ। ਉਸ ਦੇ ਨਾਲ ਜਿਹੜੇ ਇਹ ਪ੍ਰੋਜੈਕਟ ਹੈਗੇ ਨੇ ਇਹ ਪਿਲਰਸ ਦੇ ਪ੍ਰੋਜੈਕਟ ਹੈ ਕਿਉਂਕਿ ਦੇਖੋ ਪੁਲ ਜਿਹੜੇ ਬਣ ਰਹੇ ਨੇ ਉਹ ਪਿਲਰਸ ਵਾਲੇ ਬਣ ਰਹੇ ਨੇ ਕਿਉਂਕਿ ਪਹਿਲੋਂ ਜਿਹੜੇ ਸੀਗੇ ਦੂਜੇ ਪੁਲ ਬਣਦੇ ਸੀਗੇ ਪਰ ਪਿਲਰਸ ਵਾਲੇ ਪੁਲ ਦਾ ਇਹ ਵਾਧਾ ਹੈਗਾ ਕਿ ਲੋਕ ਜਿਹੜੇ ਹੈ ਥੱਲਿਓਂ ਦੀ ਆਪਣਾ ਰਾਹ ਜਿਹੜਾ ਉਹ ਵੀ ਲੈ ਸਕਣ। ਨਾਲ ਦੀ ਨਾਲ
ਕਿਸੇ ਗਰੀਬ ਦਾ ਜੇਕਰ ਕੋਈ ਗੁਜ਼ਾਰਾ ਹੁੰਦਾ ਹੈ, ਰੋਟੀ ਪਾਣੀ ਦਾ ਗੁਜ਼ਾਰਾ ਹੁੰਦਾ ਹੈ, ਤਾਂ ਉਹ ਵੀ ਉਹ ਆਪਣੀ ਰੇਹੜੀ ਵਗੈਰਾ ਜਿਹੜੀ ਫੜੀ ਹੈ ਉਹ ਨੀਚੇ ਲਾ ਸਕਦਾ ਹੈ, ਤਾਂ ਲਾਈਆਂ ਵੀ ਹੋਈਆਂ ਨੇ। ਸੋ ਕੁੱਲ ਮਿਲਾ ਕੇ ਜੇਕਰ ਅਸੀਂ ਦੇਖੀਏ ਇਹ ਪ੍ਰੋਜੈਕਟ ਜਿਹੜੇ ਹੈ ਵੱਡੇ ਪੱਧਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਚਲਾਏ ਜਾ ਰਹੇ ਨੇ ਤੇ ਆਉਣ ਵਾਲੇ ਯਾਨੀ ਕਿ ਜੇਕਰ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਦਾ ਇਹੀ ਕਹਿਣਾ ਹੈ ਕਿ ਆਉਣ ਵਾਲੀ 2024 ਤੱਕ ਇਹ ਪ੍ਰੋਜੈਕਟ ਜਿਹੜੇ ਆ ਲੋਕਾਂ ਨੂੰ ਸੁਪਰਦ ਕਰ ਦਿੱਤੇ ਜਾਣਗੇ। ਹਾਲਾਂਕਿ ਇਹਨਾਂ ਸਭ ਤੋਂ ਇੱਕ ਖਾਸ ਅੰਬਾਲਾ ਚੰਡੀਗੜ੍ਹ ਅਤੇ ਮੋਹਾਲੀ ਕੁਰਾਲੀ ਸੜਕ ਨੂੰ ਜੋੜਨ ਵਾਲਾ ਪ੍ਰੋਜੈਕਟ ਵੀ ਹੈ, ਜਿਸ ਦਾ ਅੰਬਾਲਾ ਹਾਈਵੇ ਤੇ ਜ਼ਮੀਨ ਨਾ ਮਿਲਣ ਕਰਕੇ ਕੰਮ ਪੈਂਡਿੰਗ ਹੈ। ਸਾਡੀ ਟੀਮ ਦੇ ਸਹਿਯੋਗੀ ਮਨੋਜ ਜੋਸ਼ੀ ਨੇ ਇਸ ਪ੍ਰੋਜੈਕਟ ਦੀ ਕਹਾਣੀ ਤਹਿ ਤੱਕ ਜਾਣਨ ਲਈ ਗਰਾਊਂਡ ਜ਼ੀਰੋ ਤੇ ਜਾ ਕੇ ਉਸ ਦਾ ਜਾਇਜ਼ਾ ਲਿਆ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਨੇ ਉਹ ਪੰਜਾਬ ਚੱਲ ਰਹੇ ਨੇ, ਪਰ ਬਹੁਤ ਸੇ ਇਹੋ ਜਿਹੇ ਪ੍ਰੋਜੈਕਟ ਨੇ ਜਿਹੜੇ ਕਿ ਪਿਛਲੇ ਕਾਫੀ ਸਮੇਂ ਤੋਂ ਜਾਂ ਤਾਂ ਰੁਕੇ ਹੋਏ ਨੇ ਜਾਂ ਕੋਈ ਪਰਮਿਸ਼ਨ ਨਾ ਮਿਲਣ ਦੇ ਕਾਰਨ ਪੂਰੀ ਤਰ੍ਹਾਂ ਨਾਲ ਜਿਹੜਾ ਕੰਮ ਹੈਗਾ ਬਹੁਤ ਧੀਮੀ ਗਤੀ ਨਾਲ ਚੱਲ ਰਿਹਾ, ਕਿਉਂਕਿ ਪਰਮਿਸ਼ਨ ਨਹੀਂ ਮਿਲੀ ਤਾਂ ਕੰਮ ਜਿਹੜਾ ਹੈਗਾ ਧੀਮੀ ਗਤੀ ਨਾਲ ਚੱਲ ਰਿਹਾ ਸੀਗਾ। ਉਹਨਾਂ ਵਿੱਚੋਂ ਇੱਕ ਪ੍ਰੋਜੈਕਟ ਹੈਗਾ, ਜੇ ਅਸੀਂ ਅੰਬਾਲਾ ਤੋਂ ਚੰਡੀਗੜ੍ਹ ਆਉਂਦੇ ਹਾਂ ਤਾਂ ਜੀਰਕਪੁਰ ਜਿਹੜਾ ਹੈਗਾ ਉੱਥੇ ਐਂਟਰੀ ਦੇ ਉੱਪਰ ਜਿਹੜਾ 1.5 ਵਜੇ ਦਾ ਪੁਲ ਹੈਗਾ ਘੱਗਰ ਦਾ, ਉਸ ਦੇ ਨਾਲ ਦਾ ਪ੍ਰੋਜੈਕਟ ਹੈਗਾ। ਇੱਥੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਉਹ ਕੰਮ ਹੁੰਦਾ ਆ ਰਿਹਾ ਸੀਗਾ ਤੇ ਬਹੁਤ ਧੀਮਾ ਕੰਮ ਚੱਲ ਰਿਹਾ ਹੈਗਾ ਤੇ ਇੱਥੇ ਕਈ ਜਗ੍ਹਾ ਤੇ ਪਰਮਿਸ਼ਨਾਂ ਸੀਗੀਆਂ, ਜਿਹੜੀ ਰੋਡ ਸੀਗੀਆਂ, ਰੋਡ ਦੀ ਕਲੀਅਰੈਂਸ ਨਹੀਂ ਹੋ ਸਕੀ, ਜੋ ਜ਼ਮੀਨ ਸੀਗੀ ਜ਼ਮੀਨ ਦਾ ਪੋਜੈਸ਼ਨ ਨਹੀਂ ਮਿਲ ਸਕਿਆ ਸੀਗਾ, ਉਹਦੇ ਕਾਰਨ ਇਹ ਕੰਮ ਰੁਕੇ ਹੋਏ ਨੇ। ਤੇ ਜਿੱਥੇ ਸਰਕਾਰਾਂ ਨੂੰ ਬਾਰ-ਬਾਰ ਕਿਹਾ ਜਾ ਰਿਹਾ ਹੈਗਾ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੈਗੀ ਹੈ, ਉਹ ਪੰਜਾਬ ਸਰਕਾਰ ਨੂੰ ਪੱਤਰ ਲਿਖ ਰਹੀ ਹੈ, ਚੀਫ ਸੈਕਟਰ ਨੂੰ ਪੱਤਰ ਲਿਖ ਰਹੀ ਹੈ, ਉਹ ਜੋ ਡੀਸੀਜ਼ ਨੇ ਉਹਨਾਂ ਨੂੰ ਲੈਟਰ ਲਿਖ ਰਹੇ ਨੇ ਤਾਂ ਕਿ ਜਿਹੜੇ ਕੰਮ ਨੇ ਉਹਨਾਂ ਵਾਸਤੇ ਜਿੱਥੇ ਜ਼ਮੀਨ ਦੀ ਜ਼ਰੂਰਤ ਹੈ ਜ਼ਮੀਨ ਦਿੱਤੀ ਜਾ ਸਕੇ ਤੇ ਜਿੱਥੇ ਹੋਰ ਇਨਫਰਾਸਟ੍ਰਕਚਰ ਹੈ, ਜਿੱਥੇ ਰਸਤੇ ਜ਼ਰੂਰਤ ਹੈ, ਜਿੱਥੇ ਬਿਜਲੀ ਦੇ ਖੰਭੇ ਹਟਾਣੇ ਹੈ, ਉਹ ਕੰਮ ਜਿਹੜੇ ਸਾਰੇ ਨੇ ਪੂਰੇ ਕੀਤੇ ਜਾ ਸਕਣ। ਪਰ ਹਾਲਾਤ ਇਹ ਨੇ ਕਿ ਜਿੰਨੀਆਂ ਜ਼ਮੀਨਾਂ ਨੇ ਨਹੀਂ ਮਿਲ ਰਹੀਆਂ। ਇੱਥੇ ਜੀਰਕਪੁਰ ਦੇ ਵਿੱਚ ਵੀ ਜਿਹੜੀ ਸਰਵਿਸ ਲਾਈਨ ਬਣਨੀ ਹੈ ਉਹਦੇ ਵਾਸਤੇ ਜ਼ਮੀਨ ਹਾਲ ਤੱਕ ਨਹੀਂ ਮਿਲ ਸਕੀ ਹੈਗੀ। ਹਾਲਮ ਇਹ ਹੈ ਕਿ ਇੱਕ ਪਿਲਰ ਜੋ ਬਣਨਾ ਸੀਗਾ ਉਹ ਪਿਲਰ ਵੀ ਨਹੀਂ ਬਣ ਸਕਿਆ ਹੈਗਾ। ਪਿਲਰ ਨਾ ਬਣਨ ਦੇ ਕਾਰਨ ਜਿਹੜੀ ਸਰਵਿਸ ਲਾਈਨ ਹੈ ਉਹ ਸਰਵਿਸ ਲਾਈਨ ਹਾਲੇ ਵੀ ਜਿਹੜਾ ਕੰਮ ਹੈ ਅਧੂਰਾ ਪਿਆ ਤੇ ਮੇਨ ਜਿਹੜਾ ਕੰਮ ਸੀਗਾ ਮੇਨ ਲਾਈਨ ਦਾ ਕੰਮ ਹੈ ਉਹ ਵੀ ਨਹੀਂ ਪੂਰਾ ਹੋ ਸਕਿਆ ਹੈਗਾ। ਤੁਸੀਂ ਦੇਖੋਗੇ ਕਿ ਇਹੋ ਜਿਹੀਆਂ ਛੋਟੀ ਜਿਹੜੀਆਂ ਅੜਚਣਾਂ ਨੇ ਕਿ ਜੇ ਕਿਤੇ ਜ਼ਮੀਨਾਂ ਨਹੀਂ ਮਿਲੀਆਂ ਹੈਗੀਆਂ, ਜ਼ਮੀਨ ਨਹੀਂ ਮਿਲਣਾ ਸਭ ਤੋਂ ਬੜੀ ਪ੍ਰੋਜੈਕਟ ਦੇ ਰੁਕਣ ਦਾ ਕਾਰਨ ਹੈਗਾ। ਪ੍ਰੋਜੈਕਟ ਰੁਕ ਜਾਂਦਾ ਹੈ, ਜ਼ਮੀਨ ਨਹੀਂ ਮਿਲਦੀ ਹੈਗੀ, ਲੋਕ ਜਿਹੜੇ ਆ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਕੰਮ ਹੋਣ ਦੇ ਨਾਲ ਜਦੋਂ ਕੰਮ ਸ਼ੁਰੂ ਹੋ ਜਾਂਦਾ ਹੈ ਤਾਂ ਬਹੁਤ ਸਾਰੇ ਰਸਤੇ ਬੰਦ ਕਰ ਦਿੱਤੇ ਜਾਂਦੇ ਆ ਕਿਉਂਕਿ ਪੂਰੀ ਰੋਡ ਜਿਹੜੀ ਬੰਦ ਕੀਤੀ ਹੋਈ ਹੈ। ਤੁਸੀਂ ਦੇਖੋਗੇ ਦੋਨੋਂ ਪਾਸੇ ਰੋਡ ਦੇ ਜੋ ਹੈਗਾ ਟ੍ਰੈਫਿਕ ਚੱਲ ਰਿਹਾ, ਪਰ ਜੋ ਵਿਚਲਾ ਹਿੱਸਾ ਹੈ ਉਹਦੇ ਵਿੱਚ ਕੰਮ ਚੱਲ ਰਿਹਾ ਹੈਗਾ। ਕੰਮ ਬਹੁਤ ਧੀਮਾ ਚੱਲ ਰਿਹਾ ਹੈਗਾ। ਜੋ ਪਿਲਰ ਬਣਨੇ ਸੀਗੇ ਜਾਂ ਕੋਈ ਓਵਰਬ੍ਰਿਜ ਬਣਨਾ ਹੈ ਜਾਂ ਅੰਡਰਪਾਸ ਬਣਨਾ, ਉਹਨਾਂ ਦਾ ਕੰਮ ਕੀਤਾ ਗਿਆ ਹੈਗਾ, ਪਰ ਜੋ ਜ਼ਮੀਨ ਹੈ ਜਾਂ ਕੋਈ ਬਿਜਲੀ ਦੇ ਖੰਭੇ ਹਟਾਉਣ ਦੀ ਗੱਲ ਹੈਗੀ ਹੈ, ਇਹ ਕੰਮ ਨਾ ਹੋਣ ਦੇ ਕਾਰਨ ਜਿਹੜਾ ਹੈਗਾ ਜ਼ਿਆਦਾਤਰ ਕੰਮ ਫਸਿਆ ਹੋਇਆ ਹੈਗਾ। ਤੇ ਜਿਹੜੇ ਲੋਕ ਨੇ ਜਿਹੜਾ ਪ੍ਰਸ਼ਾਸਨ ਹੈਗਾ ਉਹਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਜੋ ਵੀ ਪ੍ਰੋਜੈਕਟ ਸ਼ੁਰੂ ਹੋਵੇ ਉਹ ਟਾਈਮਲੀ ਖਤਮ ਹੋ ਜਾਵੇ। ਐਸਾ ਨਾ ਹੋਵੇ ਕਿ ਪਰਮਿਸ਼ਨ ਨਾ ਮਿਲੇ ਜਾਂ ਜ਼ਮੀਨ ਨਾ ਮਿਲੇ, ਉਹਦੇ ਕਾਰਨ ਜੋ ਪ੍ਰੋਜੈਕਟ ਹੈ ਉਹ ਲੰਬਾ ਚੱਲ ਜਾਵੇ ਔਰ ਲੋਕਾਂ ਨੂੰ ਜਿੰਨਾ ਪ੍ਰੋਜੈਕਟ ਲੰਬਾ ਚੱਲੂਗਾ ਉਨੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਪਰ ਆਉਣ ਵਾਲੇ ਦਿਨ ਸਮਝ ਪਤਾ ਲੱਗੂਗਾ ਕਿ ਜਿਹੜੇ ਪ੍ਰੋਜੈਕਟ ਨੇ ਇਹ ਕਿੰਨੇ ਸਮੇਂ 'ਚ ਪੂਰੇ ਹੁੰਦੇ ਆ, ਕਿਆ ਪਰਮਿਸ਼ਨਾਂ ਟਾਈਮ ਸਿਰ ਮਿਲਦੀਆਂ ਜਾਂ ਸਰਕਾਰਾਂ ਦਾ ਆਪਸ 'ਚ NHI ਔਰ ਜਿਹੜੀ ਸਰਕਾਰ ਹੈਗੀ ਉਹਦਾ ਆਪਸ ਤਾਲਮੇਲ ਕਿੰਨਾ ਕੰਮ ਲੈ ਕੇ ਆਉਂਦਾ ਕਿ ਲੋਕਾਂ ਨੂੰ ਜਿਹੜੀ ਮੁਸ਼ਕਿਲ ਹੋ ਗਈ ਹੈ ਉਸ ਤੋਂ ਰਾਹਤ ਮਿਲ ਸਕੇ। ਹਾਲਾਂਕਿ ਇਸ ਤੋਂ ਇਲਾਵਾ ਜੇਕਰ ਪੂਰੇ ਪੰਜਾਬ ਭਰ ਦੀ ਗੱਲ ਕਰੀਏ ਤਾਂ ਕਈ ਨੈਸ਼ਨਲ ਹਾਈਵੇਜ਼ ਦੇ ਪ੍ਰੋਜੈਕਟ ਉਵੇਂ ਦੇ ਉਵੇਂ ਹੀ ਨੇ। ਕਈਆਂ ਦੇ ਕੰਮ ਲਟਕੇ ਹੋਏ ਨੇ ਤਾਂ ਕਈਆਂ ਦੇ ਅਟਕੇ ਹੋਏ ਨੇ। ਅਜਿਹਾ ਹੀ ਕੁਝ ਸੂਰਤ-ਏ-ਹਾਲ ਬਿਆਸ ਬਾਬਾ ਬਕਾਲਾ ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲੇ ਹਾਈਵੇ ਦਾ ਹੈ, ਜਦਕਿ ਅਬੋਹਰ ਫਾਜ਼ਿਲਕਾ ਰੋਡ ਦਾ ਕੰਮ ਅਜੇ ਸ਼ੁਰੂ ਵੀ ਨਹੀਂ ਹੋਇਆ। ਹੁਸ਼ਿਆਰਪੁਰ ਫਗਵਾੜਾ ਸੜਕ ਦਾ ਕੰਮ ਵੀ ਕੁਝ ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ। ਸਰਹੱਦ ਮੋਹਾਲੀ ਮਹਿਮਦਪੁਰ ਬਨੂੜ ਸੜਕ ਦਾ ਪ੍ਰੋਜੈਕਟ ਵੀ ਸਿਰਫ 40% ਮੁਕੰਮਲ ਹੋਇਆ ਹੈ, ਜਦਕਿ ਲੁਧਿਆਣਾ ਸਾਊਥਰਨ ਬਾਈਪਾਸ ਜ਼ਮੀਨ ਨਾ ਮਿਲਣ ਕਰਕੇ ਪੈਂਡਿੰਗ ਹੈ। ਮਲੋਟ ਮੰਡੀ ਡੱਬ ਵਾਲੀ ਹਾਈਵੇ ਉੱਤੇ ਕੰਮ ਕੀਤਾ ਜਾ ਰਿਹਾ ਹੈ, ਇੱਥੇ 60% ਤੱਕ ਕੰਮ ਕੀਤਾ ਜਾ ਚੁੱਕਿਆ ਹੈ, ਜਦਕਿ ਅੰਮ੍ਰਿਤਸਰ ਟਾਂਡਾ ਉਨਾ ਸੜਕ ਦਾ ਕੰਮ ਜ਼ਮੀਨ ਨਾ ਮਿਲਣ ਦੇ ਚੱਲਦਿਆਂ ਉਵੇਂ ਦਾ ਉਵੇਂ ਹੀ ਖੜਾ ਹੈ। ਅੰਮ੍ਰਿਤਸਰ 에ਅਰਪੋਰਟ ਜੰਕਸ਼ਨ ਸੜਕ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇੱਕ ਵੱਡਾ ਹਿੱਸਾ ਬਣ ਕੇ ਤਿਆਰ ਵੀ ਹੋ ਗਿਆ ਹੈ ਅਤੇ ਜੇਕਰ ਅੰਮ੍ਰਿਤਸਰ ਬਾਈਪਾਸ ਦੀ ਗੱਲ ਕਰੀਏ ਤਾਂ ਉਸ ਦਾ ਕੰਮ 80% ਮੁਕੰਮਲ ਹੋ ਚੁੱਕਾ ਹੈ, ਜਦਕਿ ਲੁਧਿਆਣਾ ਰੂਪਨਗਰ ਅਤੇ ਖਰੜ ਵਾਲੀ ਸੜਕ ਨੂੰ ਲੈ ਕੇ ਫਲਾਈਓਵਰ ਅਤੇ ਅੰਡਰਪਾਸ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਹਾਲਾਂਕਿ ਲੁਧਿਆਣਾ ਬਠਿੰਡਾ ਹਾਈਵੇ ਤੇ ਕਿਸਾਨਾਂ ਵੱਲੋਂ ਜ਼ਮੀਨ ਨਾ ਦਿੱਤੇ ਜਾਣ ਕਾਰਨ ਕੰਮ ਪੈਂਡਿੰਗ ਹੈ। ਜਲੰਧਰ ਬਾਈਪਾਸ ਨੂੰ ਲੈ ਕੇ ਲਗਭਗ 70% ਕੰਮ ਮੁਕੰਮਲ ਹੋ ਗਿਆ ਹੈ, ਜਦਕਿ ਜੋਧਪੁਰ ਮੰਡੀ ਡੱਬ ਵਾਲੀ ਸੜਕ ਦੇ ਨਿਰਮਾਣ ਕਾਰਜਾਂ ਨੂੰ ਲੈ ਕੇ ਵੀ ਅਜੇ ਤੱਕ ਕਈ ਜਗ੍ਹਾ ਤੇ ਪਰਮਿਸ਼ਨ ਆਣਾ ਬਾਕੀ ਹੈ। ਹਾਲਾਂਕਿ ਸਾਰੇ ਕਈ ਸਾਲਾਂ ਤੋਂ ਪੈਂਡਿੰਗ ਪ੍ਰੋਜੈਕਟਾਂ ਦੀ ਅਸਲ ਵਜ੍ਹਾ ਕੀ ਰਹੀ,
कि वाकई किसानां दी ਜ਼ਮੀਨ ही अड़चन है ਜਾਂ कुछ होर भी अटकलां ने, इस दी भी अंदरूनी पड़ताल करन लई साडी टीम ने एक्सपर्ट्स वाल भी रुख कीता। ਸਰਵੀ ਜੀ, ਜਿੱਦਾਂ ਕਿ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਨੇ, ਪਰ ਇਹ ਅੱਜ ਕੱਲ੍ਹ ਫਸੇ ਹੋਏ ਨੇ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿਹੜੀਆਂ ਜ਼ਮੀਨਾਂ ਨਹੀਂ ਮਿਲ ਰਹੀਆਂ, ਜਿਹੜੀਆਂ ਕਿਤੇ ਕਿਸਾਨਾਂ ਨੇ ਦਿੱਤੀਆਂ ਹੈਗੀਆਂ ਜਾਂ ਕਿਤੇ ਜਿਹੜੇ ਸ਼ਹਿਰੀ ਏਰੀਏ 'ਚ ਨਗਰ ਹੀ ਆ ਉੱਥੇ ਲੋਕ ਨਹੀਂ ਦੇ ਰਹੇ ਹੈਗੇ, ਬਹੁਤ ਕਰਦੇ ਨੇ। ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਜਿਹੜੀ ਕਨੈਕਟੀਵਿਟੀ ਬਣਾਈ ਜਾ ਰਹੀ ਹੈ ਸੜਕਾਂ ਦੇ ਥਰੂ, ਇੱਕ ਬੜੀ ਅੱਛੀ ਚੀਜ਼ ਹੈ ਕਿ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜੋੜਿਆ ਜਾ ਰਿਹਾ, ਸੜਕਾਂ ਨੂੰ ਵੱਡਾ ਕੀਤਾ ਜਾ ਰਿਹਾ, ਇੱਕ ਅੱਛੀ ਚੀਜ਼ ਹੈ। ਜੇ ਇਹਦੇ ਵਿੱਚ ਸੇਫਟੀ ਨੂੰ ਵੀ ਮੁੱਖ ਮੁੱਦਾ ਰੱਖਿਆ ਜਾਵੇ ਉਹ ਹੋਰ ਫਾਇਦਾ ਹੋਏਗਾ। ਇਹਦੇ ਵਿੱਚ ਸਪੀਡ ਨੂੰ, ਤੇਜ਼ ਗਤੀ ਨੂੰ ਪਹੁੰਚਣ ਨਾਲ ਜੇ ਮੁੱਦਾ ਨਾ ਰੱਖਿਆ ਜਾਏ, ਉਹਦੇ ਬਦਲੇ ਸੇਫਟੀ ਨੂੰ ਮੁੱਦਾ ਰੱਖਿਆ ਜਾਏ ਤਾਂ ਅਸੀਂ ਉਹਦੀ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਹਾਂ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜਿਹੜੇ ਮੁੱਦੇ ਆ ਇਹ ਅੜੇ ਹੋਏ ਆ ਮਾਮਲੇ, ਉਹਦੇ ਵਿੱਚ ਇੰਝ ਹੁੰਦਾ ਵੀ ਸਰਕਾਰ ਨੂੰ ਥੋੜ੍ਹੀ ਜਿਹੀ ਕਾਹਲੀ ਹੁੰਦੀ ਹੈ ਪ੍ਰੋਜੈਕਟ ਅਨਾਉਂਸ ਕਰਕੇ ਉਹਨੂੰ ਖਤਮ ਕਰਨ ਦੀ, ਤੇ ਇੱਕ ਕ੍ਰੈਡਿਟ ਦਾ ਸਿਸਟਮ ਚੱਲਦਾ ਹੈ। ਜੇਕਰ NHAI ਸਮੇਂ ਤੋਂ ਪਹਿਲਾਂ ਸਮੇਂ ਦੇ ਅਨੁਸਾਰ ਸਾਰੀਆਂ ਚੀਜ਼ਾਂ ਲੋੜਵੰਦ ਤਰੀਕੇ ਨਾਲ ਕਰੇ, ਜਿਵੇਂ ਕਿ ਜਿਹੜੀਆਂ ਲੋਕ ਜ਼ਮੀਨਾਂ ਦੇ ਮਾਲਕ ਨੇ ਉਹਨਾਂ ਦੇ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ, ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ, ਜਿਹਦੇ ਕਾਰਨ ਤੁਹਾਡੇ ਕਿ ਇਹ ਸਰਕਾਰ ਨੇ ਪ੍ਰੋਜੈਕਟ ਬਣਾਉਣਾ ਤੇ ਇਹ ਜ਼ਮੀਨ ਸਾਡੇ ਕੋਲੇ ਹੁਣ ਸਰਕਾਰ ਨੇ ਇਹਦੀ ਗਿਰਦਾਵਰੀ ਕਰਨੀ ਹੈ ਜਾਂ ਅਕਵਾਇਰ ਕਰਨੀ ਹੈ ਤਾਂ ਮੌਕੇ ਦੇ ਭਾਵਾਂ ਦੇ ਮੁਤਾਬਕ ਉਸ ਨਾਲ ਸਮਝੌਤਾ ਕੀਤਾ ਜਾ ਸਕਦਾ। ਹੁੰਦਾ ਇਹ ਹੈ ਕਿ ਸਰਕਾਰ ਇੱਕ ਨੋਟੀਫਿਕੇਸ਼ਨ ਕੱਢ ਕੇ ਐਡਮਿਨਿਸਟ੍ਰੇਸ਼ਨ ਦੇ ਕੋਲੋਂ ਜ਼ਮੀਨ ਲੈਣ ਦੀ ਕੋਸ਼ਿਸ਼ ਕਰਦੀ ਹੈ, ਲੇਕਿਨ ਕੁਝ ਕਿਸਾਨ ਜਾਂ ਕੁਝ ਪਰਿਵਾਰ ਜਿਹਦਾ ਘਰ ਵਿੱਚ ਆ ਗਿਆ, ਜਿਹਦੀ ਪੈਲੀ ਵਿੱਚ ਆ ਗਈ ਜਾਂ ਜਿਹਦੀ ਦੁਕਾਨ ਵਿੱਚ ਆ ਗਈ, ਉਹ ਅੜ ਜਾਂਦਾ ਹੈ ਕਿਉਂਕਿ ਤੁਸੀਂ ਉਹਨੂੰ ਸਮੇਂ ਦੇ ਮੁਤਾਬਕ ਆਪਣਾ ਉਹਦਾ ਭਰੋਸਾ ਨਹੀਂ ਜਿੱਤਿਆ ਹੋਇਆ। ਜੇ ਅਸੀਂ ਉਹਦਾ ਭਰੋਸਾ ਜਿੱਤ ਲੈਂਦੇ ਹਾਂ, ਇਹ ਇੱਕ ਸਭ ਤੋਂ ਵੱਡੀ ਚੀਜ਼ ਹੈ ਕਿ ਜੇ ਅਸੀਂ ਲੋਕਾਂ ਦਾ ਭਰੋਸਾ ਜਿੱਤ ਲੈਂਦੇ ਹਾਂ ਤਾਂ ਲੋਕ ਸਾਡੇ ਨਾਲ ਆ ਕੇ ਰਲ ਜਾਂਦੇ ਆ, ਤਾਂ ਉਹਦੇ ਨਾਲ ਇਹ ਪ੍ਰੋਜੈਕਟ ਜਲਦੀ ਖਤਮ ਹੁੰਦੇ ਆ। ਪਰ ਇੱਕ ਗੱਲ ਸਾਹਮਣੇ ਆਇਆ ਕਿ ਜਿਹੜੇ ਕਿਸਾਨ ਨੇ ਉਹ ਕਹਿੰਦੇ ਸਾਨੂੰ ਮਾਰਕੀਟ ਰੇਟ ਦਿੱਤੀ ਜਾਵੇ, ਜੋ ਮਾਰਕੀਟ ਰੇਟ ਹੈਗਾ ਇਸ ਟਾਈਮ ਦਾ ਜ਼ਮੀਨ ਦਾ ਉਹ ਦਿੱਤਾ ਜਾਵੇ। ਇਸ ਲਈ ਉਹ ਜਿਹੜਾ ਪ੍ਰਦਰਸ਼ਨ ਕਰਦੇ ਆ, ਧਰਨੇ ਲਗਾਏ ਲੰਬੇ ਲੰਬੇ। ਉਹ ਗੁਰਦਾਸਪੁਰ ਏਰੀਆ ਇੱਦਾਂ ਦਾ, ਮੋਹਾਲੀ ਦਾ ਕੁਛ ਏਰੀਆ ਇੱਦਾਂ ਦਾ ਜਿੱਥੇ ਕਿ ਜ਼ਮੀਨ ਨਹੀਂ ਦਿੱਤੀ ਹੈ ਕਿਸਾਨਾਂ ਨੇ। ਸਰ ਇਹਦੇ ਵਿੱਚ ਜ਼ਮੀਨਾਂ ਦਾ ਭਾਅ ਬਹੁਤ ਜ਼ਿਆਦਾ ਵੱਧ ਗਿਆ ਹੈ ਪੰਜਾਬ ਦੇ ਵਿੱਚ, ਅਸੀਂ ਇਹ ਮੰਨਾਂਗੇ ਕਿ ਬਹੁਤ ਜ਼ਿਆਦਾ ਭਾਅ ਵੱਧ ਗਿਆ, ਜਿਹੜੇ ਉਸ ਦੇ ਕਾਰਨ ਜਿਹੜੀਆਂ ਐਕਸਪੈਕਟੇਸ਼ਨ ਨੇ ਉਹ ਵੀ ਬਹੁਤ ਜ਼ਿਆਦਾ ਵਧੀਆਂ ਹੋਈਆਂ। ਸਰਕਾਰ ਨੂੰ ਵੀ ਆਪਣੇ ਰੇਟ ਜਿਹੜੇ ਆ ਜ਼ਮੀਨਾਂ ਦੇ ਦੇਣ ਦੇ ਜਿਹੜੇ ਆ ਮੁਆਵਜ਼ਾ ਹੈ ਉਸ ਨੂੰ ਵੀ ਰਿਵਾਈਜ਼ ਕਰਨਾ ਚਾਹੀਦਾ, ਕਿਉਂਕਿ ਜ਼ਮੀਨਾਂ ਦੇ ਮੁੱਲ ਤਾਂ ਬਹੁਤ ਜ਼ਿਆਦਾ ਵੱਧ ਗਏ। ਤਾਂ ਕਿਸਾਨ ਇਸ ਗੱਲੋਂ ਜ਼ਰੂਰ ਉਹ ਆਪਣੀ ਜਗ੍ਹਾ ਤੇ ਕਿਤੇ ਨਾ ਕਿਤੇ ਸਹੀ ਹੈ ਕਿ ਜੇ ਉਹਦੀ ਜ਼ਮੀਨ ਦਾ ਰੇਟ ਬਹੁਤ ਜ਼ਿਆਦਾ ਹੈ ਤੇ ਉਹਨੂੰ ਮਿਲਦਾ ਕੁਝ ਵੀ ਨਹੀਂ ਪਿਆ ਤਾਂ ਉਹ ਦੇਏਗਾ ਨਹੀਂ। ਤਾਂ ਉਸ ਹਿਸਾਬ ਨੂੰ ਸਾਨੂੰ ਜਿਹੜਾ ਮੁਆਵਜ਼ਾ ਹੈ, ਕਿਉਂਕਿ ਜਦੋਂ ਸਰਕਾਰ ਸੜਕ ਬਣਾ ਰਹੀ ਹੈ ਤਾਂ ਸਾਰੇ ਦੇਸ਼ ਵਾਸਤੇ ਬਣ ਰਹੀ ਹੈ ਤਾਂ ਸਾਰੇ ਲਈ ਫਾਇਦਾ ਹੋ ਰਿਹਾ, ਤਾਂ ਫਿਰ ਕਿਸਾਨ ਨੂੰ ਉਹਦਾ ਹੱਕ ਕਿਉਂ ਮਾਰਨਾ ਹੈ? ਉਹਨੂੰ ਵੀ ਥੋੜ੍ਹਾ ਮੁਆਵਜ਼ਾ ਰਿਵਾਈਜ਼ ਕਰਕੇ ਦਿੱਤਾ ਜਾਏ ਤਾਂ ਕਿ ਉਹ ਜਿੰਨਾ ਪੈਸਾ ਅਸੀਂ ਹੁਣ ਕਿਸਾਨ ਨੂੰ ਦੇਵਾਂਗੇ ਪਹਿਲਾਂ, ਓਨਾ ਹੀ ਸਾਡਾ ਫਾਇਦਾ ਹੋਏਗਾ ਕਿਉਂਕਿ ਸਾਡਾ ਪ੍ਰੋਜੈਕਟ ਸਮੇਂ 'ਤੇ ਬਣ ਜਾਏਗਾ। ਉਹਦੇ ਵਿੱਚ ਰਿਵੀਜ਼ਨ ਦੀ ਕੋਸਟ ਨਹੀਂ ਪਏਗੀ, ਉਹਦੇ 'ਚ ਕੋਈ ਪੈਨਲਟੀ ਨਹੀਂ ਪਏਗੀ, ਤਾਂ ਦੋਨੋਂ ਪਾਸੇ ਬੱਚਤ ਹੋ ਜਾਂਦੀ ਹੈ। ਮੇਰੇ ਹਿਸਾਬ ਨਾਲ ਤਾਂ ਇਹ ਵਿਨ ਵਿਨ ਦੀ ਸਿਚੁਏਸ਼ਨ ਹੈ ਜੇ ਅਸੀਂ ਕਿਸਾਨਾਂ ਦੀ ਇਸ ਮੰਗ ਦੇ ਮੁਤਾਬਕ ਕੰਮ ਕਰੀਏ। ਪਰ ਜੋ ਇੱਕ ਗੱਲ ਸਾਹਮਣੇ ਆਉਂਦੀ, ਜਦੋਂ ਵੀ ਕਿਸੇ ਪ੍ਰੋਜੈਕਟ ਦੀ ਗੱਲ ਕਰਦੇ, ਕੋਈ ਪ੍ਰੋਜੈਕਟ ਰੁਕਦਾ ਹੈ ਤਾਂ ਉਸ 'ਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਨੈਸ਼ਨਲ ਹਾਈਵੇ ਜਿਹੜਾ ਹੈਗਾ ਉਹ ਪ੍ਰੋਜੈਕਟ ਸ਼ੁਰੂ ਹੀ ਕਿਉਂ ਕਰਦਾ ਜਦ ਤੱਕ ਕੋਈ ਜ਼ਮੀਨ ਨਹੀਂ ਹੁੰਦੀ ਪੂਰੀ। ਇਹ ਇਸ ਤਰ੍ਹਾਂ ਕਰਦੇ ਜੀ ਕਿ ਦੋਨੋਂ ਐਂਡ ਤੋਂ ਜਿਹੜਾ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਜਾਂਦਾ ਹੈ, ਵਿੱਚੋਂ ਕੁਝ ਜਿਹੜੀਆਂ ਚੀਜ਼ਾਂ ਉਹ ਇੱਕ ਅੱਜ ਕੱਲ੍ਹ ਸਾਡੇ ਸਮੇਂ ਦੇਸ਼ ਦੇ ਵਿੱਚ ਰੂਟੀਨ ਹੀ ਬਣ ਗਈ ਵੀ ਚਲੋ ਕਰ ਲਾਂਗੇ, ਲੈ ਲਾਂਗੇ, ਵੇਖ ਲਾਂਗੇ, ਅਕਵਾਇਰ ਹੋ ਗਈ ਹੈ, ਸਰਕਾਰ ਦੇ ਆਦੇਸ਼ ਹੈ। ਲੇਕਿਨ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਜਿਹੜੇ ਜ਼ਿਮੀਂਦਾਰ ਹੈ ਜਾਂ ਜਿਹੜਾ ਜ਼ਮੀਨ ਦਾ ਮਾਲਕ ਹੈ, ਚਾਹੇ ਉਹ ਸ਼ਹਿਰੀ ਹੈ, ਅੱਜ ਕੱਲ੍ਹ ਇੰਨੇ ਜਾਗਰੂਕ ਹੈ, ਜੇ ਉਹ ਸਰਕਾਰ ਨਹੀਂ ਮੰਨਦੀ ਤਾਂ ਫਿਰ ਕੋਰਟ ਦਾ ਦਰਵਾਜ਼ਾ ਖੜਕਾ ਦਿੰਦੇ ਆ, ਜਿਹਦੇ ਕਰਕੇ ਉਹ ਮਾਮਲੇ ਲੰਬਤ ਹੋ ਜਾਂਦੇ ਆ। ਅੱਛੀ ਗੱਲ ਇਹ ਹੈ ਕਿ ਨੈਸ਼ਨਲ ਹਾਈਵੇ A ਪੁਆਇੰਟ ਤੋਂ B ਪੁਆਇੰਟ ਤੱਕ ਸਾਰੀ ਜ਼ਮੀਨ ਨੂੰ ਅਕਵਾਇਰ ਕਰੇ, ਉਸ ਤੋਂ ਬਾਅਦ ਪ੍ਰੋਜੈਕਟ ਦਾ ਇਨੈਗੂਰੇਸ਼ਨ ਸ਼ੁਰੂ ਹੋਏ ਤਾਂ ਕਿ ਉਹ ਜਿਹੜਾ ਡੈਡਲਾਈਨ ਹੈ ਉਹਨੂੰ ਤੁਰੰਤ ਮੀਟ ਕੀਤਾ ਜਾ ਸਕੇ, ਉਸ ਤੋਂ ਪਹਿਲਾਂ ਕੰਮ ਕੀਤਾ ਜਾ ਸਕੇ। बहरहाल एक रिपोर्ट मुताबिक इन्ना पेंडिंग हाईवेज प्रोजेक्ट ते खर्चा करीब 50,000 करोड़ दा है ਅਤੇ अनुमान मुताबिक ਇਹ खर्चा वध भी सकता है। पर लंबे समय तो पेंडिंग ਇਹ प्रोजेक्ट किते ना किते सरकारी खजाने ਦੀ बर्बादी ਅਤੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਬਦਹਾਲੀ ਕਰ ਰਹੇ ਨੇ ਅਤੇ ਸਵਾਲ ਉਹੀ ਉੱਠਦੇ ਨੇ ਕਿ ਕਦੋਂ ਹੋਣਗੇ ਪੈਂਡਿੰਗ ਨੈਸ਼ਨਲ ਹਾਈਵੇਜ਼ ਦੇ ਕੰਮ ਪੂਰੇ ਜਾਂ ਦਹਾਕਿਆਂ ਬਾਅਦ ਵੀ ਕੰਮ ਇੰਜ ਹੀ ਰਹਿਣਗੇ ਅਧੂਰੇ। ਖੈਰ ਗਰਾਊਂਡ ਰਿਪੋਰਟ ਰਾਹੀਂ ਸਾਡੀ ਕੋਸ਼ਿਸ਼ ਰਹੀ ਕਿ ਗਰਾਊਂਡ ਤੇ ਜਾ ਕੇ ਤੁਹਾਨੂੰ ਹਰ ਉਹ ਤਸਵੀਰ ਦਿਖਾਉਣ ਦੀ ਜੋ ਮੌਜੂਦਾ ਨੈਸ਼ਨਲ ਹਾਈਵੇਜ਼ ਦੀ ਹੈ ਅਤੇ ਕੁੱਲ ਮਿਲਾ ਕੇ ਲਗਭਗ ਗਰਾਊਂਡ ਰਿਪੋਰਟ ਆਫ ਨੈਸ਼ਨਲ ਹਾਈਵੇਜ਼ ਇਹੀ ਕਹਿੰਦੀ ਹੈ ਕਿ ਰੋਡ ਅੰਡਰ ਕੰਸਟਰਕਸ਼ਨ ਹੈ। ਬਿਊਰੋ ਰਿਪੋਰਟ ਜ਼ੀ ਮੀਡੀਆ।